ਸ਼ੁਰੂ ਕਰਨ ਲੱਗਿਆ GS&ED ਦਾ ਮੈਨੇਜਿੰਗ ਸੈਲਫ ਇੰਟੈਲੈਕਚੁਅਲ ਡਿਵੈਲਪਮੈਂਟ। ਇੰਟੈਲੈਕਟ ਪਾਵਰ ਤੁਹਾਡੀ ਬ੍ਰੇਨ ਸਟੋਰਮਿੰਗ, ਜਿਹਨੂੰ ਆਪਾਂ ਥਿੰਕ ਟੈਂਕ ਕਹਿੰਦੇ ਆ। ਅੱਜ ਦੀ ਇਸ ਗਲੋਬਲਾਈਜੇਸ਼ਨ ਏਜ ਦੇ ਵਿੱਚ ਜਿੱਥੇ ਆਪਾਂ ਗਲੋਬਲ ਵਿਲੇਜ ਬਣ ਚੁੱਕੇ ਹਾਂ, ਤੁਹਾਡੇ ਕੋਲੇ ਇੰਟੈਲੈਕਚੁਅਲ ਪਾਵਰ ਬਹੁਤ ਅੱਛੀ ਚਾਹੀਦੀ ਹੈ, ਕਿਉਂਕਿ ਅੱਜ ਕੱਲ੍ਹ ਹਰ ਇੱਕ ਚੀਜ਼ ਦੇਖੋ ਤੁਸੀਂ ਨੈੱਟ ਦੇ ਉੱਤੇ ਅਵੇਲੇਬਲ ਹੈ। ਤੁਹਾਡੀਆਂ ਜਿਹੜਾ ਬਿਹੇਵੀਅਰ ਹੈ, ਤੁਹਾਡੀ ਡਿਸੀਜ਼ਨ ਮੇਕਿੰਗ ਕਪੈਸਿਟੀ ਹੈ, ਉਹਦੇ ਨੂੰ ਤੁਸੀਂ ਇੰਪਰੂਵ ਕਰਨ ਦੇ ਲਈ, ਆਪਣੀ ਇੰਟੈਲੈਕਚੁਅਲ ਡਿਵੈਲਪਮੈਂਟ ਕਰਨ ਦੇ ਲਈ ਅੱਛੇ ਮੈਗਜ਼ੀਨ ਪੜ੍ਹ ਸਕਦੇ ਹੋ, ਅੱਛਾ ਨਿਊਜ਼ਪੇਪਰ ਪੜ੍ਹ ਸਕਦੇ ਹੋ, ਜਰਨਲਸ ਪੜ੍ਹ ਸਕਦੇ ਹੋ, ਅੱਛੀਆਂ ਬੁੱਕਸ ਪੜ੍ਹ ਸਕਦੇ ਹੋ, ਐਨਸਾਈਕਲੋਪੀਡੀਆ ਪੜ੍ਹ ਸਕਦੇ ਹੋ, ਵੈਬਸਾਈਟਸ ਨੇ, ਸੋਸ਼ਲ ਮੀਡੀਆਜ਼ ਨੇ। ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਚੀਜ਼ ਔਨ ਤੇ ਆਫਲਾਈਨ ਤੁਹਾਡੇ ਕੋਲੇ ਅਵੇਲੇਬਲ ਹੈ, ਤੇ ਹਰ ਇੱਕ ਬੱਚੇ ਦੀ ਜਿਹੜੀ ਇੰਟੈਲੈਕਚੁਅਲ ਮੀਨਸ ਤੁਹਾਡੀ ਇੰਟੈਲੀਜੈਂਸ ਹੈ, ਤੁਹਾਡੀ ਜਿਹੜੀ ਇੰਟੈਲੈਕਟ ਪਾਵਰ ਹੈ, ਜੋ ਤੁਸੀਂ ਗੱਲਬਾਤ ਕਰਦੇ ਹੋ ਤਾਂ ਤੁਹਾਨੂੰ ਕੰਪਲੀਟ ਨੌਲੇਜ ਹੋਣੀ ਚਾਹੀਦੀ ਉਸ ਬਾਰੇ। ਮੈਨੇਜਿੰਗ ਸੈਲਫ ਇੰਟੈਲੈਕਚੁਅਲ ਡਿਵੈਲਪਮੈਂਟ। ਟੂ ਡਿਵੈਲਪ ਇੰਟੈਲੈਕਚੁਅਲ ਡਿਵੈਲਪਮੈਂਟ in this globalization period, valuable information is necessary because it can affect our behavior, our decision, or an outcome. A piece of information is considered valueless if after receiving it things remains unchanged. ਕਿਸੇ ਚੀਜ਼ ਨੂੰ ਤੁਸੀਂ ਪੜ੍ਹ ਰਹੇ ਹੋ, ਤੁਹਾਡਾ ਉਸ ਦੇ ਨਾਲ ਤੁਹਾਡੇ ਬ੍ਰੇਨ ਦੇ ਉੱਤੇ ਕੋਈ ਵੀ ਇੰਪੈਕਟ ਨਹੀਂ ਪੈ ਰਿਹਾ, ਤੁਹਾਡੀ ਕੋਈ ਵੀ ਨੌਲੇਜ ਇਨਕਰੀਜ਼ ਨਹੀਂ ਹੋ ਰਹੀ। ਇਟ ਮੀਨਸ ਜਿਹੜਾ ਤੁਸੀਂ ਪੜ੍ਹ ਰਹੇ ਹੋ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਵੈਲਿਊਲੈਸ ਹੈ। ਸਾਡੇ ਕੋਲ ਸੋਰਸਿਸ ਕਿਹੜੇ ਨੇ ਇਨਫੋਰਮੇਸ਼ਨ ਦੇ? ਅੱਛੇ ਤੁਸੀਂ ਮੈਗਜ਼ੀਨਸ ਨੇ, ਜਰਨਲਸ ਨੇ, ਡਾਟਾਬੇਸ ਨੇ, ਨਿਊਜ਼ਪੇਪਰਸ ਨੇ, ਬੁੱਕਸ ਨੇ, ਐਨਸਾਈਕਲੋਪੀਡੀਆ, ਵੈਬਸਾਈਟਸ ਨੇ, ਸੋਸ਼ਲ ਮੀਡੀਆ। ਕਿਉਂਕਿ ਬੇਟੇ ਤੁਸੀਂ ਆਪਣੀ ਇੰਟੈਲੈਕਚੁਅਲ ਡਿਵੈਲਪਮੈਂਟ ਦੇ ਲਈ ਤੁਹਾਨੂੰ ਰੋਜ਼ ਇੱਕ ਅੱਛਾ ਨਿਊਜ਼ਪੇਪਰ, ਜਿਵੇਂ ਇੰਗਲਿਸ਼ ਦਾ ਕੋਈ ਵੀ ਨਿਊਜ਼ਪੇਪਰ ਤੁਸੀਂ ਆਪਣੇ ਘਰੇ ਲਵਾਓ, ਦ ਹਿੰਦੂ ਹੈ, ਦ ਟ੍ਰਿਬਿਊਨ ਹੈ, ਅੱਛਾ ਉਹਦੇ ਵਿੱਚ ਕੀ ਹੈ, ਤੁਸੀਂ ਕੰਪਲੀਟ ਪੋਲੀਟੀਕਲ ਨਿਊਜ਼ ਨੂੰ ਛੱਡ ਕੇ ਰੋਜ਼ ਤੁਸੀਂ ਸਵੇਰੇ ਆਪਣੀ ਰੂਟੀਨ ਬਣਾਓ, ਸ਼ਾਮ ਨੂੰ ਜਿਹੜਾ ਰਹਿ ਗਿਆ ਉਹਨੂੰ ਪੜ੍ਹੋ। ਵੀਕਐਂਡ ਦੇ ਉੱਤੇ ਕੰਪਲੀਟਲੀ ਇੱਕ ਅਖਬਾਰ ਜਿਹੜਾ ਇੰਗਲਿਸ਼ ਦਾ ਉਹਨੂੰ ਰੋਜ਼ ਪੜ੍ਹੋ, ਤਾਂ ਕਿ ਤੁਸੀਂ ਅਪ ਟੂ ਡੇਟ ਰਹੋ ਕਿ ਦੁਨੀਆ ਦੇ ਵਿੱਚ ਕੀ ਹੋ ਰਿਹਾ ਹੈ। ਨੈਕਸਟ ਅੱਗੇ ਆ ਗਿਆ ਰੀਡਿੰਗ। ਰੀਡਿੰਗ ਇਜ਼ ਅ ਮੀਨਸ ਆਫ ਲੈਂਗੁਏਜ ਐਕੁਜੀਸ਼ਨ, ਆਫ ਕਮਿਊਨੀਕੇਸ਼ਨ ਐਂਡ ਸ਼ੇਅਰਿੰਗ ਇਨਫੋਰਮੇਸ਼ਨ ਐਂਡ ਆਈਡੀਆਜ਼। ਰੀਡਿੰਗ ਇਜ਼ ਆਫ ਮੈਨੀ ਟਾਈਪਸ। ਦੇਖੋ, ਲੈਂਗੁਏਜ ਤੁਸੀਂ ਕਿਸ ਚੀਜ਼ ਨੂੰ ਪੜ੍ਹਦੇ ਹੋ, ਜਦੋਂ ਕੋਈ ਤੁਹਾਡੀਆਂ ਜਿਹੜੀਆਂ ਬੁੱਕਸ ਨੇ ਹੁਣ ਇੰਗਲਿਸ਼ ਦੇ ਵਿੱਚ ਨੇ, ਤੁਸੀਂ ਪੰਜਾਬੀ ਮੀਡੀਅਮ ਤੋਂ ਆਏ ਹੋ, ਕਈ ਬੱਚਿਆਂ ਨੇ ਪੰਜਾਬੀ ਮੀਡੀਅਮ ਤੋਂ ਕੀਤੀ ਹੈ, ਉਹਨਾਂ ਨੂੰ ਕੀ ਹੈ, ਜੋ ਤੁਸੀਂ ਇੰਗਲਿਸ਼ ਦੇ ਵਿੱਚ ਪੜ੍ਹਨਾ ਨਾਲ ਆਪਣੀ ਡਿਕਸ਼ਨਰੀ ਰੱਖੋ। ਡਿਕਸ਼ਨਰੀ ਦੇ ਨਾਲ ਕੀ ਹੈ, ਉਹਦਾ ਮੀਨਿੰਗ ਨਾਲ ਨਾਲ ਤੁਸੀਂ ਚੈੱਕ ਕਰੀ ਚੱਲੋ। ਰੀਡਿੰਗ ਇਜ਼ ਆਫ ਮੈਨੀ ਟਾਈਪਸ। ਨੰਬਰ 1 ਇਜ਼ ਫਾਸਟ ਰੀਡਿੰਗ। ਇਹ ਰੀਡਿੰਗ ਉਦੋਂ ਕਰਦੇ ਆ ਜਦੋਂ ਆਪਾਂ ਦੇਖੋ ਤੁਸੀਂ ਕਿਸੇ ਇੰਟਰਵਿਊ ਦੇਣ ਜਾਣਾ ਜਾਂ ਐਗਜ਼ਾਮ ਤੋਂ 2-3 ਘੰਟੇ ਪਹਿਲਾਂ ਤੁਸੀਂ ਕੀ ਕਰਦੇ ਹੋ, ਸਾਰੀ ਬੁੱਕ ਨੂੰ ਉਹਦੇ ਵਿੱਚੋਂ ਤੁਸੀਂ ਸਾਰੇ ਟੌਪਿਕਸ ਨੂੰ ਤੇਜ਼ੀ ਨਾਲ ਦੇਖ ਲੈਂਦੇ ਹੋ, ਆਪਣੇ ਅੱਖਾਂ ਥੱਲੋਂ ਕੱਢ ਲੈਂਦੇ ਹੋ। ਆਪਾਂ ਨੂੰ ਕਹਿੰਦੇ ਆ ਫਾਸਟ ਰੀਡਿੰਗ। ਵੈਨ ਵੀ ਆਰ ਰਿਵਾਈਜ਼ਿੰਗ ਅ ਟੌਪਿਕ ਐਟ ਦ ਲਾਸਟ ਮੂਮੈਂਟ ਬਿਫੋਰ ਆਵਰ ਐਗਜ਼ਾਮ ਔਰ ਇੰਟਰਵਿਊ। ਐਗਜ਼ਾਮ ਜਾਂ ਇੰਟਰਵਿਊ ਤੋਂ ਕੁਛ ਚਿਰ ਪਹਿਲਾਂ ਆਪਾਂ ਸਾਰੇ ਟੌਪਿਕਸ ਦੇ ਵਿੱਚੋਂ ਆਪਣੀ ਨਿਗਾਹ ਨੂੰ ਲਗਾ ਲੈਂਦੇ ਆ ਇੱਕ ਵਾਰੀ। ਅੱਗੇ ਸਕਿਪ ਰੀਡਿੰਗ। ਤੁਸੀਂ ਦੇਖੋ ਜਿਹੜੀ ਆਪਣੇ ਰੀਡਿੰਗ ਨਿਊਜ਼ਪੇਪਰ ਔਰ ਮੈਗਜ਼ੀਨਸ, ਆਪਾਂ ਸਾਰਾ ਨਹੀਂ ਪੜ੍ਹ ਸਕਦੇ ਸਾਰੇ ਮੈਗਜ਼ੀਨ, ਤੇ ਸਕਿਪ ਜਿਹੜਾ ਆਪਣੇ ਇੰਟਰਸਟ ਦੀਆਂ ਚੀਜ਼ਾਂ ਨੇ ਜਾਂ ਜਿਹੜੀਆਂ ਵੈਲਿਊਏਬਲ ਚੀਜ਼ਾਂ ਨੇ ਉਹਨਾਂ ਨੂੰ ਆਪਾਂ ਵਿੱਚੋਂ ਚੰਗੀ ਤਰ੍ਹਾਂ ਪੜ੍ਹ ਲੈਂਦੇ ਹਾਂ, ਬਾਕੀ ਨੂੰ ਸਕਿਪ ਕਰ ਜਾਂਦੇ ਹਾਂ। ਥਾਰੋ ਰੀਡਿੰਗ। ਪ੍ਰੈਪੇਅਰਿੰਗ ਫॉर ਐਗਜ਼ਾਮ। ਜਿਸ ਤਰ੍ਹਾਂ ਐਗਜ਼ਾਮ ਅੱਜ ਕੱਲ੍ਹ ਦੇਖੋ ਪੇਪਰ ਜੇ ਸਿਲੇਬਸ ਦੇ ਵਿੱਚ 8 ਚੈਪਟਰ ਨੇ, ਤਾਂ ਉਹ ਸਾਰੇ ਚੈਪਟਰਸ ਦੇ ਵਿੱਚੋਂ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਪਾਉਂਦਾ। ਤੁਸੀਂ ਕਿਸੇ ਵੀ ਚੈਪਟਰ ਨੂੰ ਛੱਡ ਨਹੀਂ ਸਕਦੇ। ਜੇ ਕਿ ਤੁਸੀਂ ਥਾਰੋਲੀ ਉਹਨੂੰ ਤਿਆਰ ਕੀਤਾ, ਉਹਨੂੰ ਕਹਿੰਦੇ ਥਾਰੋ ਰੀਡਿੰਗ। ਸਟਾਈਲਸ ਆਫ ਰੀਡਿੰਗ। Skimming. Reading rapidly for the main points or run your eyes over the text. Okay, skimming. ਅੱਗੇ ਸਕੈਨਿੰਗ। ਜਿਸ ਤਰ੍ਹਾਂ ਆਪਾਂ ਸਕੈਨ ਕਰਦੇ ਹਾਂ ਕਿਸੇ ਚੀਜ਼ ਨੂੰ, ਸਕੈਨ ਦਾ ਮਤਲਬ ਕੀ ਹੈ ਕਿ ਕੰਪਲੀਟ ਆਪਾਂ ਉਹਦੀ ਇਨਫੋਰਮੇਸ਼ਨ ਇਕੱਠੀ ਕਰਦੇ ਹਾਂ। ਜਿਸ ਤਰ੍ਹਾਂ ਆਪਾਂ ਨੇ ਇੱਥੇ ਐਗਜ਼ਾਮਪਲ ਲੈਤੀ ਹੈ ਕਿ ਤੁਸੀਂ ਟ੍ਰੇਨ ਦਾ ਆਪਾਂ ਸ਼ਡਿਊਲ ਦੇਖ ਲਿਆ, ਉਹਦੇ ਵਿੱਚ ਆਪਾਂ ਨੂੰ ਪਤਾ ਹੁੰਦਾ ਕਿ ਟ੍ਰੇਨ ਨੇ ਇੰਨੇ ਵਜੇ ਇਸ ਸਟੇਸ਼ਨ ਤੋਂ ਚੱਲਣਾ। ਆਪਣੇ ਕੋਲ ਏਅਰਪਲੇਨ ਸ਼ਡਿਊਲ ਹੈ, ਆਪਾਂ ਨੂੰ ਪਤਾ ਹੁੰਦਾ ਕਿ ਇੰਨੇ ਵਜੇ ਜਹਾਜ਼ ਨੇ ਚੱਲਣਾ। ਰੀਡਿੰਗ ਰੈਪਿਡਲੀ ਟੂ ਫਾਈਂਡ ਅ ਸਪੈਸੀਫਿਕ ਪੀਸ ਆਫ ਇਨਫੋਰਮੇਸ਼ਨ। ਟ੍ਰੇਨ ਜਾਂ ਏਅਰਪਲੇਨ ਦਾ ਸ਼ਡਿਊਲ ਹੈ।
ਅੱਗੇ ਇੰਟੈਂਸਿਵ ਐਕਸਟੈਂਸਿਵ ਰੀਡਿੰਗ ਅ ਲੌਂਗਰ ਟੈਕਸਟ ਨਾਵਲ ਔਰ ਮੈਗਜ਼ੀਨ। ਆਪਾਂ ਨੇ ਨਾਵਲ ਮੈਗਜ਼ੀਨ ਕੀ ਹੈ, ਇਹਦੇ ਵਿੱਚ ਕੀ ਹੈ ਕਿ ਆਪਾਂ ਨੂੰ ਲੰਬਾ ਟਾਈਮ ਉਹਨੂੰ ਪੜ੍ਹਨਾ ਪੈਣਾ। ਇੰਟੈਂਸਿਵ ਕੀ ਹੈ, ਕਿਸੇ ਚੀਜ਼ ਨੂੰ ਆਪਾਂ ਸਪੈਸੀਫਿਕ ਚੀਜ਼ ਨੂੰ ਪੜ੍ਹਨਾ। ਰੀਡਿੰਗ ਅ ਸ਼ਾਰਟ ਟੈਸਟ ਫॉर ਡਿਟੇਲਡ ਇਨਫੋਰਮੇਸ਼ਨ। ਆਪਾਂ ਕੋਈ ਇੰਸ਼ੋਰੈਂਸ ਕਲੇਮ ਕਰਾਈ ਹੈ, ਆਪਾਂ ਨੂੰ ਪਤਾ ਹੈ ਗੱਡੀ ਦੀ ਆਪਾਂ ਥਰਡ ਪਾਰਟੀ ਕਰਾਈ ਹੈ, ਕੋਈ ਫੁੱਲ ਇੰਸ਼ੋਰੈਂਸ ਕਰਾਈ ਹੈ, ਤਾਂ ਉਹਦੇ ਵਿੱਚ ਕੀ ਆਪਾਂ ਨੂੰ ਬੈਨੀਫਿਟਸ ਮਿਲਣਗੇ, ਥਰਡ ਪਾਰਟੀ ਦੇ ਵਿੱਚ ਆਪਾਂ ਨੂੰ ਕੀ ਮਿਲੇਗਾ। ਕੋਈ ਆਪਾਂ ਕੰਟੈਕਟ ਕੀਤਾ ਕਿਸੇ ਬੰਦੇ ਦੇ ਨਾਲ, ਉਹਦੀਆਂ ਸਾਰੇ ਟਰਮ ਐਂਡ ਕੰਡੀਸ਼ਨਸ ਨੂੰ ਆਪਾਂ ਧਿਆਨ ਨਾਲ ਪੜਾਂਗੇ, ਉਹਨੂੰ ਆਪਾਂ ਕਹਿੰਦੇ ਕਿ ਇੰਟੈਂਸਿਵ ਰੀਡਿੰਗ। ਅੱਗੇ ਰੀਡਿੰਗ ਸਕਿੱਲਸ ਇੰਪਰੂਵਮੈਂਟ ਮੈਥਡ। ਰੀਡਿੰਗ ਸਕਿੱਲਸ ਨੂੰ ਇੰਪਰੂਵਮੈਂਟ ਕਰਨ ਦੇ ਲਈ ਕਿਹੜੇ ਫਰਦਰ ਮੈਥਡਸ ਨੇ। ਇਹ ਕੁਐਸਚਨ ਬੇਟੇ ਪੇਪਰ ਤੋਂ ਆਉਂਦਾ ਹੁੰਦਾ ਇਹ ਵਾਲਾ। ਰਾਈਟ ਨੋਟ ਔਨ ਰੀਡਿੰਗ ਸਕਿੱਲਸ ਇੰਪਰੂਵਮੈਂਟ ਮੈਥਡਸ। ਇਹ 5 ਨੰਬਰ ਦਾ ਕੁਝ ਪੇਪਰ ਦੇ ਵਿੱਚ ਆ ਜਾਂਦਾ ਹੁੰਦਾ। ਨੰਬਰ 1, ਪਾਰਟਿਸਿਪੇਟ ਇਨ ਲਾਇਬ੍ਰੇਰੀ ਰੀਡਿੰਗ ਪ੍ਰੋਗਰਾਮਸ। ਦੇਖੋ ਲਾਇਬ੍ਰੇਰੀ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਨਿਊਜ਼ਪੇਪਰ ਆਉਂਦਾ, ਆਪਣੇ ਹਰ ਇੱਕ ਤਰ੍ਹਾਂ ਦੀਆਂ ਬੁੱਕਸ ਅਵੇਲੇਬਲ ਨੇ, ਮੈਗਜ਼ੀਨਸ ਅਵੇਲੇਬਲ ਨੇ। ਤੁਸੀਂ ਉੱਥੇ ਬਹਿ ਕੇ ਕੋਈ ਵੀ ਆਪਣਾ ਮੈਗਜ਼ੀਨ ਇਸ਼ੂ ਕਰਾ ਕੇ, ਬੁੱਕ ਇਸ਼ੂ ਕਰਾ ਕੇ, ਨਿਊਜ਼ਪੇਪਰ ਲੈ ਕੇ ਉਹਨੂੰ ਪੜ੍ਹ ਸਕਦੇ ਹੋ। ਐਕਸਪਲੋਰ ਡਿਫਰੈਂਟ ਫਾਰਮਸ ਆਫ ਰੀਡਿੰਗ ਮਟੀਰੀਅਲ ਆਨਲਾਈਨ ਤੇ ਆਫਲਾਈਨ। ਅੱਜ ਕੱਲ੍ਹ ਦੇਖੋ ਹਰ ਇੱਕ ਚੀਜ਼ ਤੁਹਾਡੇ ਕੋਲ, ਹਰ ਇੱਕ ਬੱਚੇ ਕੋਲ ਇਹ ਫੈਸਿਲਿਟੀ ਹੈ ਇੰਟਰਨੈਟ ਦੀ। ਤੁਸੀਂ ਘਰੇ ਬੈਠੇ ਹੀ ਆਨਲਾਈਨ ਆਪਣਾ ਹਰ ਇੱਕ ਚੀਜ਼ ਨੂੰ ਨੈਟ ਦੇ ਉੱਤੇ ਪੜ੍ਹ ਸਕਦੇ ਹੋ। ਕੰਪੇਅਰ ਬੁੱਕਸ ਟੂ ਫਿਲਮਸ। ਦੇਖੋ ਤੁਸੀਂ ਇੱਕ ਪਹਿਲਾਂ ਕਿਤਾਬ ਨੂੰ ਆਫਲਾਈਨ ਪੜ੍ਹਿਆ, ਇਹ ਜੀ ਤੁਹਾਡੇ ਕੋਲ ਉਹਦਾ ਵੀਡੀਓਜ਼ ਦੀ ਫਾਰਮ ਦੇ ਵਿੱਚ ਅਵੇਲੇਬਲ ਹੈ ਜਾਂ ਕਿਸੇ ਪਿਕਚਰ ਦੇ ਵਿੱਚ ਅਵੇਲੇਬਲ, ਤੁਸੀਂ ਉਹਨੂੰ ਆਪਸ ਦੇ ਵਿੱਚ ਦੁਬਾਰਾ ਦੇਖੋ ਤਾਂ ਤੁਸੀਂ ਜਿਹੜੀ ਇਲੈਕਟ੍ਰੋਨਿਕਲੀ ਚੀਜ਼ ਦੇਖੋਗੇ ਉਸ ਵਰਜ਼ਨ ਨੂੰ ਜ਼ਿਆਦਾ ਲਾਈਕ ਕਰੋਗੇ। ਸਟੂਡੈਂਟਸ ਰੀਡ ਅ ਬੁੱਕ ਐਂਡ ਦੈਨ ਚੈੱਕ ਆਊਟ ਦਾ ਵੀਡੀਓ ਵਰਜ਼ਨ ਆਫ ਅ ਬੁੱਕ। ਕਿ ਦੋਨਾਂ ਨੂੰ ਆਪਸ ਦੇ ਵਿੱਚ ਕੰਪੇਅਰ ਕਰੋ। ਜਦੋਂ ਆਪਾਂ ਕਿਸੇ ਚੀਜ਼ ਨੂੰ ਦੇਖਦੇ ਹਾਂ, ਕਿਸੇ ਫਿਲਮ ਨੂੰ ਦੇਖਦੇ ਹਾਂ, ਉਹ ਆਪਾਂ ਨੂੰ ਲੰਬਾ ਟਾਈਮ ਯਾਦ ਰਹਿੰਦੀ ਹੈ ਤੇ ਆਪਾਂ ਨੂੰ ਪ੍ਰੋਪਰ ਸਮਝ ਆ ਜਾਂਦੀ ਹੈ ਉਸ ਚੀਜ਼ ਦੀ। ਸਟੱਡੀ ਰੀਡਿੰਗ ਵੋਕੈਬਲਰੀ। ਜਿਹੜੇ ਡਿਕਸ਼ਨਰੀ ਕੋਲ ਰੱਖੋ, ਜਿਹੜੇ ਤੁਹਾਨੂੰ ਔਖੇ ਸ਼ਬਦ ਨੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਨਾਲ ਉਹਦੇ ਲਿਖ ਲਓ ਤਾਂ ਕਿ ਤੁਹਾਨੂੰ ਉਸ ਚੀਜ਼ ਨੂੰ ਭੁੱਲੇ ਨਾ। ਸਟਰੈਂਥਨ ਸਪੈਲਿੰਗ ਸਕਿੱਲ। ਜੇ ਲਿਖਣ ਵੇਲੇ ਤੁਸੀਂ ਗਲਤੀਆਂ ਕਰਦੇ ਹੋ ਉਹ ਸਾਰਿਆਂ ਨੂੰ ਚੈੱਕ ਕਰੋ। ਅਖਬਾਰ ਦੇ ਵਿੱਚ ਆਰਟੀਕਲ ਹੈ ਉਹ 'ਚੋਂ ਦੇਖ ਕੇ ਨਾਲ ਆਪਣੀ ਰਫ ਕਾਪੀ ਉੱਤੇ ਲਿਖੋ ਤਾਂ ਕਿ ਤੁਹਾਡੇ ਗਲਤੀਆਂ ਜਿਹੜੀ ਤੁਸੀਂ ਕਰਦੇ ਹੋ ਲਿਖਣ ਵੇਲੇ ਉਹ ਠੀਕ ਹੋਣ। ਕੰਪੇਅਰ ਆਥਰਸ ਬੁੱਕਸ। ਇੱਕੋ ਹੀ ਸਬਜੈਕਟ ਇਸ ਤਰ੍ਹਾਂ GSCT ਦੀ ਹੈ, ਤੁਸੀਂ 2-3 ਆਥਰਸ ਦੀਆਂ ਬੁੱਕਸ ਲੈ ਕੇ ਉਹਨਾਂ ਨੂੰ ਆਪਸ ਦੇ ਵਿੱਚ ਕੰਪੇਅਰ ਕਰੋ, ਇੱਕ ਅੱਛੇ ਨੋਟਸ ਤਿਆਰ ਕਰੋ ਤਾਂ ਕਿ ਤੁਸੀਂ। ਇੰਪੋਰਟੈਂਸ ਆਫ ਰੀਡਿੰਗ। ਪੜ੍ਹਨ ਦੀ ਕੀ ਮਹੱਤਤਾ ਕੀ ਹੈ। ਐਕਸਪੋਜ਼ ਯੋਰਸੈਲਫ ਟੂ ਨਿਊ ਥਿੰਗਸ। ਜੇ ਆਪਾਂ ਨੂੰ ਨਵੀਆਂ ਚੀਜ਼ਾਂ ਪਤਾ ਲੱਗਦੀਆਂ ਨੇ, ਚਲੋ ਇਹਦਾ ਕਹਿਣਾ ਕਿ ਅਖਬਾਰ ਅੱਛਾ ਰੋਜ਼ ਪੜ੍ਹੋ ਤਾਂ ਪਰਪਸ ਕੀ ਹੈ ਕਿ ਵਰਲਡ ਆਲ ਓਵਰ ਗਲੋਬਲੀ ਕੀ ਹੋ ਰਿਹਾ ਹੈ ਸਾਨੂੰ ਉਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ। ਜੇ ਤੁਸੀਂ ਕਿਸੇ ਸੁਸਾਇਟੀ ਦੇ ਵਿੱਚ ਬਹਿਨੇ ਹੋ, ਤੁਸੀਂ ਕਿਸੇ ਚੰਗੀ ਇੰਡਸਟਰੀ ਦੇ ਵਿੱਚ ਜੌਬ ਕਰਨ ਜਾਣਾ ਹੈ, ਤੁਸੀਂ ਸ਼ਾਮ ਨੂੰ ਕਿਤੇ ਇੰਜੀਨੀਅਰ ਦਾ ਆਪਸ ਵਿੱਚ ਬਹਿਣਾ ਹੈ ਤਾਂ ਤੁਸੀਂ ਨਵੀਆਂ ਗੱਲਾਂ ਆਪਸ ਵਿੱਚ ਡਿਸਕਸ ਕਰੋ। ਸੈਲਫ ਇੰਪਰੂਵਮੈਂਟ ਔਰ ਸੈਲਫ ਕੌਨਫੀਡੈਂਸ। ਜਦੋਂ ਤੁਸੀਂ ਅੱਛੀਆਂ ਬੁੱਕਸ ਪੜ੍ਹੋਗੇ ਤੁਹਾਡਾ ਸੈਲਫ ਕੌਨਫੀਡੈਂਸ ਇਨਕਰੀਜ਼ ਕਰੇਗਾ। ਇੰਪਰੂਵ ਅੰਡਰਸਟੈਂਡਿੰਗ। ਤੁਹਾਡੀ ਸਮਝਣ ਦੀ ਗੱਲ ਨੂੰ ਜਿਹੜੀ ਯੋਗਤਾ ਉਹ ਵਧੇਗੀ। ਪ੍ਰੈਪਰੇਸ਼ਨ ਟੂ ਐਕਸ਼ਨ। ਤਿਆਰ ਕਰਨ ਤੋਂ ਲੈ ਕੇ ਫਾਈਨਲ ਡਿਸੀਜ਼ਨ ਤੱਕ। ਪਹਿਲਾਂ ਰੀਡ ਕਰਨਾ, ਫਿਰ ਇਹਨੂੰ ਲਰਨ ਕਰਨਾ, ਫਿਰ ਡੂ ਕਰਨਾ, ਫਿਰ ਅਚੀਵ ਕਰਨਾ। ਪ੍ਰੈਪਰੇਸ਼ਨ ਟੂ ਐਕਸ਼ਨ। ਗੇਨ ਐਕਸਪੀਰੀਅੰਸ ਫਰੋਮ ਅਦਰ ਪੀਪਲ। ਦੂਜੇ ਲੋਕਾਂ ਨੂੰ ਦੇਖੋ, ਜੇ ਉਹ ਗਲਤੀਆਂ ਕਰ ਰਹੇ ਨੇ ਉਹਨਾਂ ਦੀਆਂ ਗਲਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਉਹ ਗਲਤੀਆਂ ਆਪ ਨਾ ਕਰੋ। ਜਾਂ ਉਹਨਾਂ ਦਾ ਐਕਸਪੀਰੀਅੰਸ ਹੈ ਜਿਹੜਾ ਐਕਸਪੀਰੀਅੰਸ ਦੇ ਨਾਲ ਉਹ ਸਕਿੱਲ ਦੇ ਨਾਲ ਕੰਮ ਨੂੰ ਕਰ ਰਹੇ ਨੇ, ਉਸ ਐਕਸਪੀਰੀਅੰਸ ਨੂੰ ਤੁਸੀਂ ਆਪ ਗੇਨ ਕਰੋ। ਵੇਰੀਅਸ ਟੂਲਸ ਆਫ ਕਮਿਊਨੀਕੇਸ਼ਨ ਹੈਲਪਸ ਅਸ ਟੂ ਕਨੈਕਟ ਵਿਦ ਦਾ ਵਰਲਡ। ਅੱਜ ਤਾਂ ਦੇਖੋ ਵਰਲਡ ਦੇ ਵਿੱਚ ਬਹੁਤ ਜ਼ਿਆਦਾ ਟੂਲਸ ਨੇ। ਸਾਰਾ ਵਰਲਡ ਤਾਂ ਜੇ ਆਪਾਂ ਗਲੋਬਲਾਈਜੇਸ਼ਨ ਕਹਿੰਦੇ ਹਾਂ, ਗਲੋਬਲ ਵਿਲੇਜ ਕਹਿੰਦੇ ਹਾਂ, ਆਪਸ ਦੇ ਵਿੱਚ ਕਨੈਕਟ ਹੈ। ਤੁਸੀਂ ਕਲਿੱਕ ਦੇ ਉੱਤੇ ਪਤਾ ਲੱਗ ਜਾਂਦਾ ਕਿ ਕਿਹੜੇ ਵਰਲਡ ਦੇ ਕਿਹੜੇ ਕੰਟਰੀ ਦੇ ਵਿੱਚ ਕੋਈ ਵੀ ਤੁਸੀਂ ਚੀਜ਼ ਪਰਚੇਜ਼ ਕਰਨਾ ਚਾਹੁੰਦੇ ਹੋ, ਤੁਸੀਂ ਲੈਪਟਾਪ ਪਰਚੇਜ਼ ਕਰਨਾ ਚਾਹੁੰਦੇ ਹੋ, ਕੋਈ AC ਪਰਚੇਜ਼ ਕਰਨਾ ਚਾਹੁੰਦੇ ਹੋ, ਕਾਰ ਪਰਚੇਜ਼ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਹਰ ਇੱਕ ਚੀਜ਼ ਪਤਾ ਲੱਗ ਜਾਂਦਾ ਕਿ ਇਸ ਰੇਂਜ ਦੀ ਕਿਹੜੀ ਕੰਪਨੀ ਦੀ ਕਾਰ ਤੁਹਾਡੇ ਕੋਲ ਅਵੇਲੇਬਲ ਹੈ। ਬੂਸਟ ਇਮੈਜੀਨੇਸ਼ਨ ਐਂਡ ਕ੍ਰੀਏਟੀਵਿਟੀ ਔਰ ਨਥਿੰਗ ਇਜ਼ ਇੰਪੋਸੀਬਲ। ਜਦੋਂ ਤੁਸੀਂ ਅੱਛੀਆਂ ਬੁੱਕਸ ਪੜ੍ਹਦੇ ਹੋ, ਅੱਛੇ ਮੈਗਜ਼ੀਨਸ ਪੜ੍ਹਦੇ ਹੋ, ਨੈਟ ਦੇ ਉੱਤੇ ਰੋਜ਼ ਬਹਿ ਕੇ ਆਪਣੀ ਨੌਲੇਜ ਨੂੰ ਇੰਪਰੂਵ ਕਰਦੇ ਹੋ, ਉਹਨਾਂ ਤੁਹਾਡੀ ਇਮੈਜੀਨੇਸ਼ਨ ਤੇ ਕ੍ਰੀਏਟੀਵਿਟੀ ਇਨਕਰੀਜ਼ ਹੁੰਦੀ ਹੈ। ਕੋਈ ਵੀ ਚੀਜ਼ ਦੇਖੋ ਇੰਪੋਸੀਬਲ ਨਹੀਂ ਹੁੰਦੀ। ਜੋ ਤੁਸੀਂ ਲਗਾਤਾਰ ਕੌਨਸਟੈਂਟ ਮਿਹਨਤ ਕਰਦੇ ਰਹਿੰਦੇ ਹੋ, ਤੁਸੀਂ ਆਪਣੇ ਟਾਰਗੇਟ ਨੂੰ ਅਚੀਵ ਕਰ ਲੈਂਦੇ ਹੋ। ਅੱਗੇ ਨੋਟ ਟੇਕਿੰਗ। ਦੇਖੋ ਨੋਟ ਟੇਕਿੰਗ
ਹੁਣ ਟੀਚਰ ਕਲਾਸ ਦੇ ਵਿੱਚ ਆਉਂਦਾ, ਉਹ ਸਾਰਾ ਚੈਪਟਰ ਨਹੀਂ ਉੱਥੇ ਲਿਖਦਾ, ਜਿਹੜੀਆਂ ਮੇਨ ਪੁਆਇੰਟਸ ਨੇ ਉਹਨਾਂ ਨੂੰ ਲਿਖਦਾ ਤੇ ਨਾਲ ਨਾਲ ਉਹਨਾਂ ਨੂੰ ਐਕਸਪਲੇਨ ਕਰੀ ਜਾਂਦਾ। ਤੇ ਸਟੂਡੈਂਟਸ ਕੀ ਹੈ, ਆਪਣੀ ਹੋਮਵਰਕ ਦੀ ਕਾਪੀ ਦੇ ਉੱਤੇ ਨਾਲ ਉਹਨਾਂ ਨੂੰ ਕਹਿੰਦਾ ਰਹਿੰਦਾ ਕਿ ਨੋਟ ਕਰੀ ਚੱਲੋ, ਤਾਂ ਕਿ ਤੁਹਾਨੂੰ ਮੇਨ ਪਤਾ ਲੱਗੇ ਕਿ ਅੱਜ ਅਸੀਂ ਕਿਹੜੇ ਕਿਹੜੇ ਟੌਪਿਕ ਕੀਤੇ ਨੇ ਤੇ ਫਰਦਰ ਉਹਦੇ ਸਬ ਟੌਪਿਕ ਕਿਹੜੇ ਨੇ। Note taking is an important skill for students, especially at the college level. Note taking is practice of writing pieces of information. ਕੋਈ piece of main topic ਕਿਹੜਾ ਤੇ further sub topic ਕਿਹੜੇ ਨੇ ਉਹਦੇ, often in an informal or unstructured manner. Notes are frequently written in notebooks in the classroom. ਜਿਹੜੇ ਤੁਸੀਂ ਕਲਾਸਰੂਮ ਦੇ ਵਿੱਚ ਬਹਿ ਕੇ ਹਰ ਇੱਕ ਆਪਣੇ ਟੀਚਰ ਦੇ ਜੋ ਤੁਹਾਨੂੰ ਉਹ ਕਰਾ ਰਿਹਾ ਹੈ, ਨਾਲ ਨਾਲ ਉਹ ਬਲੈਕ ਬੋਰਡ ਦੇ ਉੱਤੇ ਤੁਹਾਨੂੰ ਮੈਂਸ਼ਨ ਕਰ ਰਿਹਾ ਹੈ, ਤੁਸੀਂ ਆਰਟੀਕਲ ਲਿਖ ਰਿਹਾ ਹੈ, ਤੁਸੀਂ ਨਾਲ ਨਾਲ ਉਹਨੂੰ ਨੋਟ ਕਰ ਰਹੇ ਹੋ। ਉਹਨਾਂ ਨੂੰ ਤੁਸੀਂ ਨੋਟਸ ਨੂੰ ਘਰ ਜਾ ਕੇ ਆਪਣੀ ਬੁੱਕ ਨੂੰ ਪਹਿਲਾਂ ਉਹਨੂੰ ਨੋਟਸ ਨੂੰ ਚੰਗੀ ਤਰ੍ਹਾਂ ਦੇਖਦੇ ਹੋ, ਫਿਰ ਆਪਣੇ ਬੁੱਕ ਦੇ ਉੱਤੇ ਸੇਮ ਆਰਟੀਕਲ ਨੂੰ ਤੁਸੀਂ ਦੇਖਦੇ ਹੋ। ਨੋਟ ਟੇਕਿੰਗ ਸਟ੍ਰੈਟਜੀਜ਼। ਨੰਬਰ 1, ਬੀ ਸਿਲੈਕਟਿਵ ਐਂਡ ਸਿਸਟੇਮੈਟਿਕ। ਸਿਲੈਕਟਿਵ ਇੰਪੋਰਟੈਂਟ ਚੀਜ਼ਾਂ ਤੇ ਸਿਸਟੇਮੈਟਿਕ, ਚੈਪਟਰ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਕੋਈ ਵੀ ਟੌਪਿਕ ਛੱਡਣਾ ਨਹੀਂ ਉਹਦੇ ਵਿੱਚੋਂ, ਤਾਂ ਕਿ ਬੱਚੇ ਨੂੰ ਕੋਈ ਵੀ ਟੌਪਿਕ ਇਦਾਂ ਦਾ ਨਾ ਹੋਵੇ ਜਿਹੜਾ ਉਹਨੂੰ ਇਹ ਪੇਪਰ ਦੇ ਵਿੱਚ ਆ ਜਾਏ ਤੇ ਉਹਨੂੰ ਹੋਵੇ ਲੱਗੇ ਮੈਂ ਕਲਾਸ ਦੇ ਵਿੱਚ ਨਹੀਂ ਕੀਤਾ। ਆਇਡੈਂਟੀਫਾਈ ਦਾ ਪਰਪਸ ਐਂਡ ਫੰਕਸ਼ਨ ਆਫ ਟੈਸਟ। ਉਹਨੂੰ ਪਰਪਸ ਕੀ ਹੈ ਉਹਦਾ ਤੇ ਉਹਦਾ ਫੰਕਸ਼ਨ ਕੀ ਹੈ। ਆਇਡੈਂਟੀਫਾਈ ਹਾਊ ਇਨਫੋਰਮੇਸ਼ਨ ਇਜ਼ ਆਰਗੇਨਾਈਜ਼ਡ। ਜਿਹੜੀ ਟੋਟਲ ਇਨਫੋਰਮੇਸ਼ਨ ਹੈ ਸਾਰੀ ਉਹ ਕਿਸ ਤਰ੍ਹਾਂ ਆਰਗੇਨਾਈਜ਼ ਕਰਨੀ ਹੈ, ਆਰਗੇਨਾਈਜ਼ ਕੀਤੀ ਜਾਂਦੀ ਹੈ। ਇਨਕਲੂਡ ਯੋਰ ਥਾਟਸ। ਫਿਰ ਆਪਣੇ ਜਿਹੜੇ ਤੁਹਾਡੇ ਵਿਚਾਰ ਨੇ ਉਹਦੇ ਵਿੱਚ ਇਨਕਲੂਡ ਕਰੋ। ਅੱਗੇ ਰਾਈਟਿੰਗ। ਰਾਈਟਿੰਗ ਕੀ ਹੈ? ਰਾਈਟਿੰਗ ਇਜ਼ ਦਾ ਰਿਪਰੈਜ਼ੈਂਟੇਸ਼ਨ ਆਫ ਲੈਂਗੁਏਜ ਇਨ ਅ ਟੈਕਸਚੁਅਲ ਮੀਡੀਅਮ ਥਰੂ ਦਾ ਯੂਜ਼ ਆਫ ਸੈਟ ਆਫ ਸਾਈਨਸ ਔਰ ਸਿੰਬਲਸ ਨੋਨ ਐਜ਼ ਰਾਈਟਿੰਗ ਸਿਸਟਮ। ਤੁਸੀਂ ਕਿਸੇ ਵੀ ਟੈਕਸਚੁਅਲ ਮੀਡੀਅਮ ਦੇ ਫਾਰਮ ਦੇ ਵਿੱਚ, ਕਿਸੇ ਸਾਇੰਸ ਦੇ ਵਿੱਚ, ਕਿਸੇ ਵੀ ਸਿੰਬਲ ਦੇ ਵਿੱਚ ਜਿਹੜੀ ਚੀਜ਼ ਨੂੰ ਲਿਖਦੇ ਹੋ ਉਹਨੂੰ ਆਪਾਂ ਰਾਈਟਿੰਗ ਕਹਿੰਦੇ ਹਾਂ। 5 steps of writing process are, number 1 is pre-write. ਤੁਸੀਂ ਲਿਖਣ ਤੋਂ ਪਹਿਲਾਂ ਆਪਣੇ ਮਾਈਂਡ ਦੇ ਵਿੱਚ ਇੱਕ ਅਸੈਸਮੈਂਟ ਕਰੋ ਕਿ ਤੁਸੀਂ ਕੀ ਲਿਖਣਾ ਚਾਹੁੰਦੇ ਹੋ, ਤੁਸੀਂ ਕਿਹੜਾ ਆਰਟੀਕਲ ਲਿਖਣਾ ਚਾਹੁੰਦੇ ਹੋ, ਤੁਸੀਂ ਕਿਸ ਸਬਜੈਕਟ ਨੂੰ ਲਿਖਣਾ ਚਾਹੁੰਦੇ ਹੋ। ਪਹਿਲਾਂ ਤੁਸੀਂ ਅਸੈਸਮੈਂਟ ਬਿਫੋਰ ਯੋਰ ਈਵਨ ਬਿਗਿਨ ਟੂ ਪ੍ਰੀ-ਰਾਈਟ। ਪ੍ਰੀ-ਰਾਈਟ ਲਿਖਣ ਤੋਂ ਪਹਿਲਾਂ ਸਾਰੀ ਅਸੈਸਮੈਂਟ ਆਪਣੇ ਬ੍ਰੇਨ ਦੇ ਵਿੱਚ ਚੀਜ਼ ਸਾਰੀ ਨੂੰ ਘੁਮਾ ਕੇ ਦੇਖੋ। ਫਿਰ ਰਫ ਡਰਾਫਟ, ਫਿਰ ਉਹਦਾ ਇੱਕ ਰਫ ਡਰਾਫਟ ਤਿਆਰ ਕਰੋ ਆਪਣੀ ਲੈਂਗੁਏਜ ਦੇ ਵਿੱਚ, ਆਪਣੇ ਪੈਨ ਦੇ ਨਾਲ ਇੱਕ ਰਫ ਡਰਾਫਟ ਤਿਆਰ ਕਰ ਲਓ। ਰਾਈਟ ਆਲ ਯੋਰ ਆਈਡੀਆਜ਼ ਐਂਡ ਡਿਵੈਲਪ ਰਫ ਨੋਟਸ। ਰਫ ਡਰਾਫਟ ਆਪਾਂ ਨੂੰ ਕਹਿੰਦੇ ਹਾਂ। ਫਿਰ ਰਿਵਾਈਜ਼ ਤੇ ਰਿਵਿਊ। ਜਿਹੜਾ ਤੁਸੀਂ ਰਫ ਡਰਾਫਟ ਤਿਆਰ ਕੀਤਾ ਉਹਨੂੰ ਇੱਕ ਵਾਰੀ ਫੇਰ ਦੁਬਾਰਾ ਰੀਡ ਕਰੋ, ਉਹਨੂੰ ਰਿਵਾਈਜ਼ ਕਰੋ ਤੇ ਰਿਵਿਊ ਕਰੋ। ਜਿਹੜੇ ਤੁਹਾਨੂੰ ਲੱਗਦਾ ਕਿ ਇੱਥੇ ਗਲਤੀ ਰਹਿ ਗਈ ਹੈ, ਇੱਥੇ ਚੇਂਜਸ ਹੋ ਸਕਦੀਆਂ ਨੇ, ਇੱਥੇ ਮੈਂ ਕੁਛ ਰਹਿ ਗਿਆ, ਤਾਂ ਦੁਬਾਰਾ ਉਹਨੂੰ ਰਿਵਿਊ ਕਰੋ। ਫਿਰ ਐਡੀਟਿੰਗ। ਉਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਕਿ ਇਹ ਵੈਲਿਊਏਬਲ ਨਹੀਂ ਹੈਗੀਆਂ ਉਹਨਾਂ ਨੂੰ ਉਹਦੇ ਵਿੱਚੋਂ ਐਡੀਟਿੰਗ ਕਰ ਦਿਓ, ਉਹਨੂੰ ਵਿੱਚੋਂ ਉਹਦੇ ਕੱਢ ਦਿਓ। ਇਨ ਐਡੀਟਿੰਗ ਯੂ ਆਰ ਸਿੰਪਲੀ ਕਰੈਕਟਿੰਗ ਗ੍ਰਾਮਰ ਮਿਸਟੇਕਸ। ਫਿਰ ਤੁਸੀਂ ਤਿਆਰ ਕਰਨਾ ਫਾਈਨਲ ਡਰਾਫਟ। ਜਿਹੜਾ ਤੁਸੀਂ ਲਿਖਿਆ ਉਹਦਾ ਫਾਈਨਲ ਡਰਾਫਟ ਤਿਆਰ ਕਰ ਲਿਆ। ਇਟ ਇਜ਼ ਦਾ 5th ਐਂਡ ਦਾ ਫਾਈਨਲ ਸਟੇਜ ਆਫ ਦਾ ਰਾਈਟਿੰਗ ਪ੍ਰੋਸੈਸ। ਫਸਟ ਆਪਣੇ ਕੋਲ ਕੀ ਹੈ? ਪ੍ਰੀ ਰਾਈਟ, ਫਿਰ ਰਫ ਡਰਾਫਟ, ਰਿਵਾਈਜ਼ ਔਰ ਰਿਵਿਊ, ਐਡਿਟ ਤੇ ਫਾਈਨਲ ਡਰਾਫਟ। ਬੜੇ ਚੈਪਟਰ ਵਿੱਚ ਤੁਹਾਨੂੰ 5 ਨੰਬਰ ਦੇ 2 ਕੁਐਸਚਨ ਆ ਜਾਂਦੇ ਨੇ। ਜਿਹੜਾ ਨੋਟ ਟੇਕਿੰਗ ਦਾ ਕੁਐਸਚਨ ਪੇਪਰ ਦੇ ਵਿੱਚ ਤੁਹਾਨੂੰ ਆ ਜਾਂਦਾ ਹੁੰਦਾ, ਇਹ ਵੀ ਇੰਪੋਰਟੈਂਟ ਹੈ। ਇਸ ਚੈਪਟਰ ਦੇ ਵਿੱਚ ਤੁਹਾਨੂੰ 10 ਨੰਬਰ ਦੇ ਕੁਐਸਚਨ 'ਚ ਨਹੀਂ ਆਉਂਦਾ, 5 ਨੰਬਰ ਦੇ ਤਕਰੀਬਨ ਤੁਹਾਨੂੰ 2 ਕੁਐਸਚਨ ਆ ਜਾਂਦੇ ਨੇ ਬੇਟੇ। ਥੈਂਕ ਯੂ ਬੇਟੇ।